जो कांग्रेस रात नूं करदी सी वो बीजेपी दिने ही करन लग गई। फर्क कोई नहीं है दोनों च। सनी देओल ਦਾ ਵੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਹੋਣਾ ਫਿਰ। ਬਾਈ ਜੀ ਗੱਲ ਸਾਰਿਆਂ ਦਾ ਹੀ ਆ ਗਿਆ। ਦੀਪ ਸਿੱਧੂ ਦੇ ਨਾਲ ਹੋਰ ਬਹੁਤ ਨੌਜਵਾਨ ਸਨ, ਨਾਮ ਤੇ ਆਪਾਂ ਕੀ ਲੈਣੇ ਨੇ, ਜਦੋਂ ਸੰਘਰਸ਼ ਚੱਲਿਆ ਸੀ ਉਹ ਨਾਲ ਸਿੱਖ ਫਿਲਾਸਫਰ ਵੀ ਸਨ, ਬੜੀਆਂ ਸ਼ਖਸੀਅਤਾਂ ਤੁਹਾਡੇ ਨਾਲ ਸਨ, ਅੱਜ ਉਹ ਕਿੱਥੇ ਨੇ, ਤੁਹਾਡੇ ਨਾਲ ਨਜ਼ਰ ਹੀ ਨਹੀਂ ਪੈ ਰਹੀਆਂ। ਪੀਸਫੁਲ ਲੜਾਈ ਦੇ ਵਿੱਚ ਵੀ ਪੈਂਤਰੇ ਜਿਹੜੇ ਨਵੇਂ ਤੋਂ ਨਵੇਂ ਸਾਨੂੰ ਘੜਨੇ ਪੈਂਦੇ ਹੁੰਦੇ ਆ। ਸਮਾਂ ਪਾ ਕੇ ਪੁਰਾਣਾ ਪੈਂਤਰਾ ਐਕਸਪਾਇਰ ਹੋ ਜਾਂਦਾ, ਉਦੋਂ ਬਾਅਦ ਨਵਾਂ ਪੈਂਤਰਾ ਦੇਣਾ ਪੈਂਦਾ, ਨਵਾਂ ਪ੍ਰੋਗਰਾਮ ਦੇਣਾ। ਜੇ ਲੀਡਰਸ਼ਿਪ ਨੇ ਕਿਹਾ ਵੀ ਦੀਪ ਸਿੱਧੂ ਕਹਿੰਦਾ ਹੈ ਨਵੇਂ ਪੈਂਤਰੇ ਘੜਨੇ ਪੈਣਗੇ, ਤੁਹਾਡੀ ਇਹ ਵੀਡੀਓ ਵੇਖੀ ਉਹਨਾਂ ਨੇ ਤੇ ਤੁਹਾਡੀ ਸਲਾਹ ਮੰਗੀ ਉਹਨਾਂ ਨੇ ਵੀ ਨਵੇਂ ਪੈਂਤਰੇ ਸਾਨੂੰ ਦੱਸੋ ਕਿਹੜੇ ਹੋਣੇ ਚਾਹੀਦੇ ਨੇ, ਦੇ ਸਕੋਗੇ ਨਵੇਂ ਪੈਂਤਰੇ ਉਹਨਾਂ ਨੂੰ? ਬਿਲਕੁਲ ਦੇਵਾਂਗੇ ਜੀ। ਕਾਂਗਰਸ ਤੇ ਬਾਈ ਮੈਨੂੰ ਕੋਈ ਵਿਸ਼ਵਾਸ ਨਹੀਂ। ਅਕਾਲੀ ਦਲ ਜੇ ਆਪਦੇ ਆਪ ਨੂੰ ਸੁਧਾਰ ਜੇ, ਅਸਲ ਮਸਲਿਆਂ ਤੇ ਆ ਜੇ, ਅਸਲ ਪੋਲੀਟੀਕਲ ਇਸ਼ੂਜ਼ ਜੋ ਪੰਜਾਬ ਉਹਨਾਂ ਤੇ ਆ ਜੇ, ਉਹਨਾਂ ਦੇ ਹੱਲ ਦੱਸੇ, ਵੱਧ ਅਧਿਕਾਰਾਂ ਦੀ ਗੱਲ ਕਰੇ, ਜਿੱਥੋਂ ਅਕਾਲੀ ਦਲ ਨੇ ਆਪਦੀ ਸਿਆਸਤ ਸ਼ੁਰੂ ਕੀਤੀ ਸੀ, ਤਾਂ ਹੋ ਸਕਦਾ ਲੋਕ ਮੁੜ ਆਉਣ। ਨਿਰਦਈ ਤੇ ਜਿੰਨੇ ਜ਼ਾਲਮ ਕੰਮ ਬੀਜੇਪੀ ਕਰ ਰਹੀ ਆ, ਮੈਨੂੰ ਲੱਗਦਾ ਜੇ ਅਸੀਂ ਸੈਂਟਰ ਦੇ ਸਰਕਾਰਾਂ ਦੀ ਗੱਲ ਕਰੀਏ ਕਿਸੇ ਨੇ ਨਹੀਂ ਕੀਤਾ। ਖੁੰਡਾਂ ਤੇ ਇਹੀ ਗੱਲਾਂ ਹੁੰਦੀਆਂ ਨੇ ਵੀ ਲੱਖਾ ਸਿਧਾਣੇ ਨੇ ਵੀ ਚੋਣਾਂ ਲੜਨੀਆਂ ਨੇ, ਦੀਪ ਸਿੱਧੂ ਨੇ ਵੀ ਚੋਣਾਂ ਲੜਨੀਆਂ, ਤਾਂ ਤੁਰੇ ਫਿਰਦੇ ਨੇ। ਨਹੀਂ ਬਾਈ ਨਹੀਂ, ਮੈਂ ਕੋਈ ਚੋਣ ਨਹੀਂ ਲੜ ਰਿਹਾ। ਗੱਲਾਂ ਕਹਿਣੀਆਂ ਲੈ, ਮੈਂ ਅੱਜ ਕਹਿਣਾ ਮੇਰਾ ਤੁਸੀਂ ਕੋਈ ਵੀ ਇਹ ਪੋਲੀਟੀਕਲ ਐਸਪੀਰੇਸ਼ਨ ਦਿਖਾ ਦਿਓ ਵੀ ਇਹ ਬੰਦੇ ਨੇ ਚੋਣਾਂ ਲੜਨੀਆਂ। 2022 ਖੜੀ ਆ। ਪੰਜਾਬ ਨੇ ਗਲੀਆਂ ਨਾਲੀਆਂ ਦੀ ਲੜਾਈ ਨਹੀਂ ਲੜਨੀ, ਉਹ ਤਾਂ ਪਿੰਡਾਂ ਵਾਲੇ ਆਪ ਅਸੀਂ ਬਣਾ ਲਾਂਗੇ। ਸਾਡੇ ਸਰਪੰਚ ਹੀ ਬਹੁਤ ਆ ਉਹਨਾਂ ਗੱਲਾਂ ਖਾਤਰ। ਤਾਂ ਗਲੀਆਂ ਨਾਲੀਆਂ ਤੇ ਜਾਂ ਇਹ ਕਹਿ ਲਓ ਵੀ ਨੌਕਰੀਆਂ ਤੇ ਸਿਆਸਤਾਂ ਹੁੰਦੀਆਂ ਰਹੀਆਂ ਇੱਥੇ, ਪਰ ਅਸਲ ਮਸਲਿਆਂ ਨੂੰ ਕਿਸੇ ਨੇ ਸੰਬੋਧਨ ਹੀ ਨਹੀਂ ਕੀਤਾ। ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਕੇ ਨਹੀਂ ਚੱਲਿਆ ਜਾ ਸਕਦਾ। ਸਾਡਾ ਕੁੰਡਾ ਜਿਹੜਾ ਸਾਡੇ ਤੇ, ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ। ਅਗਲੇ ਪੋਲੀਟੀਕਲ ਮਸਲੇ ਕੀ ਹੋਣਗੇ ਇਹ ਵੀ ਲੋਕ ਡਿਸਾਈਡ ਕਰਨਗੇ, ਹੁਣ ਪੋਲੀਟੀਸ਼ੀਅਨ ਨਹੀਂ ਡਿਸਾਈਡ ਕਰਨਗੇ। ਦੀਪ ਸਿੱਧੂ ਨੇ ਪਹਿਲੇ ਦਿਨ ਤੋਂ ਹੀ ਸਿਰ ਜੋੜ ਕੇ ਮਿਲ ਕੇ ਬੈਠਣ ਦੀਆਂ ਗੱਲਾਂ ਕੀਤੀਆਂ ਨੇ, ਚਾਹੇ ਸ਼ੰਭੂ ਮੋਰਚਾ ਹੋਵੇ, ਚਾਹੇ ਦਿੱਲੀ ਹੋਵੇ, ਚਾਹੇ ਉਸ ਤੋਂ ਬਾਅਦ ਦੇ ਵਿੱਚ 26 ਜਨਵਰੀ ਤੋਂ ਬਾਅਦ ਦੇ ਵਿੱਚ ਵਾਪਸ ਆਇਆ ਹੋਵੇ, ਤੇ ਹਰ ਟਾਈਮ ਉਹਨੇ ਗੱਲ ਕੀਤੀ ਹੈ ਵੀ ਸਿਰ ਜੋੜ ਕੇ ਮਿਲ ਕੇ ਬੈਠੀਏ। ਵੀਰ ਸਾਡੇ ਨਾਲ ਨੇ, ਆਪਣੇ ਪਿੰਡ ਉਦੇ ਕਰਨ ਤੋਂ ਨਵਾਂ ਆਗਾਜ਼ ਕੀਤਾ ਹੈ। ਗੱਲਬਾਤ ਕਰਦੇ ਹਾਂ ਨੌਜਵਾਨਾਂ ਨੂੰ ਇਕੱਠੇ ਲੈ ਕੇ ਚੱਲਣ ਦੇ ਲਈ, ਦਿੱਲੀ ਵੱਲ ਜਾਣ ਦੇ ਲਈ ਪ੍ਰੇਰਿਤ ਕਰਨ ਦੇ ਲਈ। ਵੀਰ ਨੇ ਬੜੀਆਂ ਸੋਹਣੀਆਂ ਗੱਲਾਂ ਕੀਤੀਆਂ ਨੇ। ਗੱਲਬਾਤ ਕਰਦੇ ਬਾਈ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਨਵਾਂ ਆਗਾਜ਼ ਕੀ ਹੈ ਹੁਣ, ਨਵਾਂ ਕੀ ਹੋਏਗਾ ਅੱਗੇ? ਦੇਖੋ, ਮੈਂ ਬੜਾ ਸਮਾਂ ਪੰਜਾਬ ਤੋਂ ਦੂਰ ਵੀ ਰਿਹਾ ਤੇ ਇੱਕ ਗੱਲ ਬੜੀ ਜ਼ਰੂਰੀ ਹੁੰਦੀ ਆ ਆਪਦੇ ਲੋਕਾਂ ਨੂੰ ਸਮਝਣ ਦੀ, ਆਪਦੇ ਖਿੱਤੇ ਨੂੰ ਸਮਝਣ ਦੀ, ਕਿਉਂਕਿ ਇਹ ਖਿੱਤਾ ਸਾਡਾ ਲੀਡਰਲੈਸ ਹੋ ਗਿਆ। ਜੇ ਆਪਾਂ ਦੇਖੀਏ ਪੋਲੀਟੀਕਲ ਕਲਾਸ ਨੇ ਸਾਡਾ ਸਾਥ ਨਹੀਂ ਦਿੱਤਾ, ਸਾਲਾਂ ਬੱਧੀ ਹੋ ਗਿਆ ਵੀ ਸਾਡਾ ਸਾਥ ਹੀ ਨਹੀਂ ਦਿੱਤਾ। ਹੁਣ ਸਾਨੂੰ ਇਸ ਟਾਈਮ ਇਹਨਾਂ ਲੋਕਾਂ ਦੇ ਅੰਦਰ ਜੋ ਮਨਾਂ 'ਚ ਜਜ਼ਬਾਤ ਪਏ ਆ ਬਾਈ, ਉਹਨਾਂ ਨੂੰ ਕਿਸੇ ਨੇ ਕਦੇ ਮੈਨੂੰ ਲੱਗਦਾ ਪਿਛਲੇ ਕਈ ਸਾਲਾਂ ਤੋਂ ਨਹੀਂ ਸਮਝਿਆ। ਹੁਣ ਉਹਨਾਂ ਜਜ਼ਬਾਤਾਂ ਨੂੰ ਸਮਝ ਕੇ ਉਹਨਾਂ ਦੀ ਤਰਜ਼ਮਾਨੀ ਕਿਸੇ ਨੂੰ ਕਰਨੀ ਪਊਗੀ। ਇਸ ਖਾਤਰ ਲੋਕਾਂ 'ਚੋਂ ਹੀ ਲੀਡਰ ਪੈਦਾ ਹੋਣਗੇ। ਹੁਣ ਸਾਰੀ ਪੋਲੀਟੀਕਲ ਕਲਾਸ ਦਾ ਕਰੋ ਖੰਡਨ, ਤੇ ਇਹਨਾਂ ਲੋਕਾਂ 'ਚੋਂ, ਆਵਾਮ 'ਚੋਂ, ਸਾਡੀ ਇਹ ਉਸ ਅਕਾਲ ਪੁਰਖ ਵਾਹਿਗੁਰੂ ਦੀ ਮਖਲੂਕ ਆ, ਇਹਨਾਂ 'ਚੋਂ ਅਸੀਂ ਲੀਡਰ ਪੈਦਾ ਕਰਨੇ ਆ। ਪੰਜਾਬ ਨੂੰ ਨਵੀਂ ਲੀਡਰਸ਼ਿਪ ਦੇਵਾਂਗੇ, ਨਵੀਂ ਸਿਆਸਤ ਦੇਵਾਂਗੇ, ਔਰ ਇਹਨਾਂ ਨੇ ਆਪ ਹੀ ਰਾਹ ਲੱਭ ਦੇਣਾ। ਮੇਰੇ ਕੋਲੇ ਕੋਈ ਚਮਤਕਾਰ ਨਹੀਂ ਆ। ਮੈਨੂੰ ਤਾਂ ਜਿਵੇਂ ਉਸ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਹੋਇਆ, ਉਹ ਹੁਕਮ ਕਿਵੇਂ ਹੁੰਦਾ, ਤੁਹਾਡੀ ਮਾਨਸਿਕਤਾ 'ਚ, ਤੁਹਾਡੇ ਮਨ 'ਚ, ਤੁਹਾਡੇ ਅੰਦਰ ਕੋਈ ਗੱਲ ਔੜਦੀ ਆ ਤੇ ਤੁਸੀਂ ਉਧਰ ਨੂੰ ਤੁਰ ਪੈਂਦੇ ਹੋ। ਹੁਣ ਅਗਲੀ ਗੱਲ ਇਹ ਆ ਵੀ ਪੰਜਾਬ ਨੂੰ ਲੋੜ ਆ, ਇੱਕ ਤਾਂ ਸਾਡਾ ਸੰਘਰਸ਼ ਕਿਸਾਨੀ ਇਸ ਟਾਈਮ ਚੱਲ ਰਿਹਾ, ਉੱਥੇ ਤਾਂ ਸਾਡੀ ਸ਼ਮੂਲੀਅਤ ਕਿਸੇ ਤੌਰ 'ਚ, ਕਿਸੇ ਤਰੀਕੇ 'ਚ ਵੀ ਹੋਵੇ, ਉਹ ਬਹੁਤ ਜ਼ਰੂਰੀ ਆ। ਰੂਪ ਰੇਖਾ ਸੰਘਰਸ਼ ਦੀ ਕੀ ਹੋਊ, ਸਾਡੀ ਲੀਡਰਸ਼ਿਪ ਤੈਅ ਕਰੂਗੀ। ਪਰ ਸਾਡਾ ਜਿਹੜਾ ਸਾਥ ਆ ਉਹ ਹਮੇਸ਼ਾ ਨਾਲ ਦੀ ਨਾਲ ਪੰਜਾਬ ਨੂੰ ਵੀ ਉਠਾਉਣਾ, ਸਾਡੇ ਕਿਸਾਨਾਂ ਦਾ, ਸਾਡੇ ਲੋਕਾਂ ਦਾ ਵੀ ਭਲਾ ਕਰਨਾ, ਇਹਨਾਂ ਨੂੰ ਕਰਜ਼ਿਆਂ 'ਚੋਂ ਕੱਢਣਾ, ਇਹਨਾਂ ਨੂੰ ਬਿਮਾਰੀ 'ਚੋਂ ਕੱਢਣਾ, ਇਹਨਾਂ ਨੂੰ ਨਸ਼ਿਆਂ 'ਚੋਂ ਕੱਢਣਾ। ਅਸਲ ਜਿਹੜੇ ਪੰਜਾਬ ਦੇ ਹੱਕ ਆ, ਉਹ ਹੱਕ ਹਕੂਕ ਦੀ ਗੱਲ ਕਰਨੀ ਆ। ਸੋ ਬਹੁਤ ਕੁਛ ਆ ਕਰਨ ਨੂੰ ਬਈ, ਇਹ ਲੋਕ ਡਿਸਾਈਡ ਕਰਨਗੇ। ਅਗਲੇ ਪੋਲੀਟੀਕਲ ਮਸਲੇ ਕੀ ਹੋਣਗੇ ਇਹ ਵੀ ਲੋਕ ਡਿਸਾਈਡ ਕਰਨਗੇ, ਹੁਣ ਪੋਲੀਟੀਸ਼ੀਅਨ ਨਹੀਂ ਡਿਸਾਈਡ ਕਰਨਗੇ। ਤੁਸੀਂ ਗੱਲ ਕੀਤੀ ਹੈ ਵੀ ਲੰਮੇ ਸਮੇਂ ਤੋਂ ਕੋਈ ਲੀਡਰ ਨਹੀਂ ਮਿਲਿਆ, ਹੁਣ ਲੋਕਾਂ ਨੂੰ ਅਵੇਅਰ ਕਰ ਰਹੇ ਹੋ ਵੀ ਸਿੱਧੀ ਗੱਲ ਹੈ ਵੀ ਹਾਂ ਜਿਹੜੀ ਵੋਟ ਪਾਉਣੀ ਹੈ ਤੇ ਵੋਟ ਦਾ ਤੁਹਾਡੇ ਕੋਲ ਅਧਿਕਾਰ ਹੈਗਾ ਤੇ ਉਹ ਦੇਖ ਕੇ ਵੋਟ ਪਾਓ। ਪਰ ਨਵੀਂ ਲੀਡਰਸ਼ਿਪ ਰਾਜਨੀਤਿਕ ਤੌਰ ਤੇ ਕਿਹੜੀ ਆ ਸਕਦੀ ਹੈ? ਕਿਹੜੇ ਨਵੇਂ ਲੀਡਰਸ਼ਿਪ ਕਿਸਾਨੀ ਜਿਹੜੀ ਹੈਗੀ ਆ ਜਥੇਬੰਦੀਆਂ ਨੇ ਉਹ ਨਵਾਂ ਬਣਾਉਣਗੀਆਂ ਜਾਂ ਕੁਝ ਹੋਰ? ਕੋਈ ਵੀ ਬਣਾਵੇ,
ਜਿਹੜੇ ਲੋਕਾਂ ਦੇ ਜਜ਼ਬਾਤਾਂ ਨੂੰ ਸਮਝੇ, ਲੋਕਾਂ ਦੇ ਜਿਹੜੇ ਜਜ਼ਬਾਤ ਆ ਨਾ, ਜੈਨੂਇਨ ਇਮੋਸ਼ਨਸ, ਉਸ ਨੂੰ ਸਮਝ ਕੇ ਫਿਰ ਅਗਲੇ ਮਸਲੇ ਵੀ ਤੈਅ ਕਰੇ ਵੀ ਆਹ ਮਸਲੇ ਆ ਅਸਲ ਪੰਜਾਬ ਦੇ। ਪੰਜਾਬ ਨੇ ਗਲੀਆਂ ਨਾਲੀਆਂ ਦੀ ਲੜਾਈ ਨਹੀਂ ਲੜਨੀ, ਉਹ ਤਾਂ ਪਿੰਡਾਂ ਵਾਲੇ ਆਪ ਅਸੀਂ ਬਣਾ ਲਾਂਗੇ। ਸਾਡੇ ਸਰਪੰਚ ਹੀ ਬਹੁਤ ਆ ਉਹਨਾਂ ਗੱਲਾਂ ਖਾਤਰ। ਤਾਂ ਗਲੀਆਂ ਨਾਲੀਆਂ ਤੇ ਜਾਂ ਇਹ ਕਹਿ ਲਓ ਵੀ ਨੌਕਰੀਆਂ ਤੇ ਸਿਆਸਤਾਂ ਹੁੰਦੀਆਂ ਰਹੀਆਂ ਇੱਥੇ, ਪਰ ਅਸਲ ਮਸਲਿਆਂ ਨੂੰ ਕਿਸੇ ਨੇ ਸੰਬੋਧਨ ਹੀ ਨਹੀਂ ਕੀਤਾ। ਅਸਲ ਮਸਲੇ ਪੰਜਾਬ ਦੇ ਪਾਣੀਆਂ ਦੇ ਮਸਲੇ ਆ, ਸਿੱਖਿਆ ਦਾ ਮਸਲਾ, ਕਿਸਾਨੀ ਦਾ ਮਸਲਾ ਸਭ ਤੋਂ ਗੰਭੀਰ ਆ ਪੰਜਾਬ ਦਾ। ਸਾਡੀਆਂ ਜ਼ਮੀਨਾਂ ਦੇਖ ਲਓ ਕਿੰਨੀਆਂ ਗੰਦਲੀਆਂ ਕਰਤੀਆਂ। ਅਸੀਂ ਕੋਈ ਬਹੁਤ ਸਿਹਤਮੰਦ ਜ਼ਮੀਨ ਤੇ ਖੇਤੀ ਨਹੀਂ ਕਰਦੇ, ਕਿਸਾਨ ਕਰਜ਼ੇ ਹੇਠ ਆ। ਤੁਸੀਂ ਹੋਰ ਕਿੰਨੇ ਮਸਲੇ, ਪ੍ਰਵਾਸ ਦਾ ਮਸਲਾ, ਹੋਰ ਕਿੰਨੇ ਮਸਲੇ, ਬੇਰੁਜ਼ਗਾਰੀ ਦੇਖ ਲਓ। ਕਿਸੇ ਨੇ ਕੋਈ ਕਿਸੇ ਮਾਸ ਲੈਵਲ 'ਚ ਜਾ ਕੇ ਰੁਜ਼ਗਾਰ ਪੈਦਾ ਕੀਤਾ ਹੋਵੇ, ਕਿਸੇ ਸਰਕਾਰ ਨੇ ਕੀਤਾ ਹੋਵੇ। ਆਪਾਂ ਇੰਜ ਕਹਿ ਸਕਦੇ ਹਾਂ ਵੀ ਕਿਸਾਨੀ ਮਸਲੇ ਦੇ ਨਾਲ ਨਾਲ ਜਿਹੜੇ ਹੋਰ ਮਸਲੇ ਨੇ ਉਹ ਵੀ ਸਾਨੂੰ ਨਾਲ ਲੈ ਕੇ ਚੱਲਣੇ ਪੈਣਗੇ। ਬਾਈ ਜੀ ਅੱਜ ਸੰਘਰਸ਼ ਤਾਂ ਕਿਸਾਨੀ ਦਾ, ਉੱਥੇ ਤਾਂ ਅਸੀਂ 3 ਕਾਨੂੰਨ ਇਹਨਾਂ ਨੂੰ ਰੱਦ ਕਰਾਈਏ, ਇਹਨਾਂ ਕਾਨੂੰਨਾਂ ਦਾ ਕੋਈ ਇਹ ਸਮਾਧਾਨ ਲੱਭ ਕੇ ਆਈਏ, ਉਹਦੀ ਗੱਲ ਕਰ ਰਹੇ ਹਾਂ। ਪਰ ਬਾਕੀ ਗੱਲਾਂ ਤੋਂ ਮੁਨਕਰ ਤਾਂ ਨਹੀਂ ਹੋਇਆ ਜਾ ਸਕਦਾ ਨਾ। ਜਿਨ੍ਹਾਂ ਨਾਲ ਅਸੀਂ ਅੱਜ ਨਜਿੱਠ ਰਹੇ ਹਾਂ ਉਹਨਾਂ ਨੂੰ ਹੁਣ ਕੌਣ ਨਜਿੱਠੂ? ਜਾਂ ਤਾਂ ਪੋਲੀਟੀਕਲ ਕਲਾਸ ਖੜੀ ਹੋ ਕੇ ਕਹੇ ਵੀ ਨਹੀਂ ਹੁਣ ਅਸੀਂ ਆਪਦੇ ਲੋਕਾਂ ਦੀ ਖਾਤਰ, ਅਸਲ 'ਚ ਲੋਕਾਂ ਦੀ ਖਾਤਰ ਰਾਜ ਕਰਾਂਗੇ। ਜਿਹੜਾ ਰਾਜ ਆ ਉਹ ਲੋਕਾਂ ਦਾ ਹੋਊਗਾ, ਉਹਨਾਂ ਦੇ ਜਿਹੜੇ ਜਜ਼ਬਾਤ ਆ ਉਸ ਹਿਸਾਬ ਨਾਲ ਅਸੀਂ ਮਸਲਿਆਂ ਨੂੰ ਹੱਲ ਕਰਾਂਗੇ। ਜਿਹੜੀ ਦੋ ਮੌਜੂਦਾ ਪਾਰਟੀਆਂ ਨੇ, ਵਿਸ਼ਵਾਸ ਹੈ ਵੀ ਉਹਦੇ ਵਿੱਚੋਂ ਕੋਈ ਚੰਗਾ ਆਉਣ ਦੀ ਆਸ ਹੈ ਤੁਹਾਨੂੰ ਵੀ ਦੋਹਾਂ ਰਾਜਨੀਤਿਕ ਪਾਰਟੀਆਂ 'ਚ ਕੋਈ ਚੰਗਾ ਆ ਜਾਵੇਗਾ? ਬਹੁਤ ਵੱਡੇ ਰਿਫਾਰਮਸ ਦੀ ਜ਼ਰੂਰਤ ਆ। ਇੱਕ ਤਾਂ ਨੈਸ਼ਨਲ ਪਾਰਟੀ ਆ ਕਾਂਗਰਸ, ਦੂਜੀ ਪਾਰਟੀ ਆ ਸਾਡੀ ਖੇਤਰੀ ਅਕਾਲੀ ਦਲ, ਪਰ ਦੋਨਾਂ ਨੂੰ ਬਹੁਤ ਵੱਡੇ ਰਿਫਾਰਮਸ ਕਰਨ ਦੀ ਜ਼ਰੂਰਤ ਆ। ਪਰ ਕਾਂਗਰਸ ਤੇ ਬਾਈ ਮੈਨੂੰ ਕੋਈ ਵਿਸ਼ਵਾਸ ਨਹੀਂ। ਅਕਾਲੀ ਦਲ ਜੇ ਆਪਦੇ ਆਪ ਨੂੰ ਸੁਧਾਰ ਜੇ, ਅਸਲ ਮਸਲਿਆਂ ਤੇ ਆ ਜੇ, ਅਸਲ ਪੋਲੀਟੀਕਲ ਇਸ਼ੂਜ਼ ਜੋ ਪੰਜਾਬ ਉਹਨਾਂ ਤੇ ਆ ਜੇ, ਉਹਨਾਂ ਦੇ ਹੱਲ ਦੱਸੇ, ਵੱਧ ਅਧਿਕਾਰਾਂ ਦੀ ਗੱਲ ਕਰੇ, ਜਿੱਥੋਂ ਅਕਾਲੀ ਦਲ ਨੇ ਆਪਦੀ ਸਿਆਸਤ ਸ਼ੁਰੂ ਕੀਤੀ ਸੀ, ਤਾਂ ਹੋ ਸਕਦਾ ਲੋਕ ਮੁੜ ਆਉਣ। ਪਰ ਇੱਕ ਹੋਰ ਬਹੁਤ ਗੱਲ ਆ, ਸਾਡੇ ਇਸ਼ਟ ਨੂੰ, ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਵਿਸਾਰ ਕੇ ਨਹੀਂ ਚੱਲਿਆ ਜਾ ਸਕਦਾ। ਸਾਡਾ ਕੁੰਡਾ ਜਿਹੜਾ ਸਾਡੇ ਤੇ, ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਉਸ ਕੁੰਡੇ ਨੂੰ ਸਮਝ ਕੇ ਫੇਰ ਸਿਆਸਤ ਹੋਊਗੀ। ਉਸ ਕੁੰਡੇ ਤੋਂ ਬਿਨਾਂ ਸਿਆਸਤ ਨਹੀਂ ਹੋਣੀ। ਅਸੀਂ ਉਸ ਕੌਮ ਨੂੰ ਰਿਪਰੈਜ਼ੈਂਟ ਕਰਦੇ ਹਾਂ ਜਿਹੜੀ ਇੱਕ ਬਹੁਤ ਵੱਡੇ ਪਰਪਸ ਲਈ ਲੜਦੀ ਆ, ਜਿਹਦਾ ਕਿਸੇ ਨਾਲ ਕੋਈ ਵੈਰ ਨਹੀਂ, ਜਿਹੜੀ ਨਿਰਵੈਰ ਆ ਤੇ ਨਿਰਭਉ ਆ। ਬੀਜੇਪੀ ਨੂੰ ਕਿਵੇਂ ਦੇਖਦੇ ਹੋ? ਉਮੀਦ ਹੈ ਕਿਉਂਕਿ ਹਰਜੀਤ ਗਰੇਵਾਲ ਜੀ ਕਹਿ ਰਹੇ ਨੇ ਵੀ ਬੀਜੇਪੀ ਸਾਰੀਆਂ ਸੀਟਾਂ ਲੈ ਕੇ ਜਾਏਗੀ ਪੰਜਾਬ ਤੋਂ। ਇੱਕ ਵੀ ਸੀਟ ਨਹੀਂ ਮਿਲਣੀ। ਅਗਲੀ ਗੱਲ, ਜਿੰਨਾ ਨਿਰਦਈ ਤੇ ਜਿੰਨੇ ਜ਼ਾਲਮ ਕੰਮ ਬੀਜੇਪੀ ਕਰ ਰਹੀ ਆ, ਮੈਨੂੰ ਲੱਗਦਾ ਜੇ ਅਸੀਂ ਸੈਂਟਰ ਦੇ ਸਰਕਾਰਾਂ ਦੀ ਗੱਲ ਕਰੀਏ ਕਿਸੇ ਨੇ ਨਹੀਂ ਕੀਤਾ। ਪਰ ਇਹਦੇ 'ਚ ਇੱਕ ਹੋਰ ਗੱਲ ਆ, ਜੋ ਕਾਂਗਰਸ ਰਾਤ ਨੂੰ ਕਰਦੀ ਸੀ ਉਹ ਬੀਜੇਪੀ ਦਿਨੇ ਹੀ ਕਰਨ ਲੱਗ ਗਈ। ਫਰਕ ਕੋਈ ਨਹੀਂ ਆ ਦੋਨਾਂ 'ਚ। ਸਨੀ ਦਿਓਲ ਦਾ ਵੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਹੋਣਾ ਫਿਰ। ਬਾਈ ਜੀ ਗੱਲ ਸਾਰਿਆਂ ਦਾ ਹੀ ਆ ਗਿਆ, ਪਰ ਮੈਂ ਫਿਰ ਵੀ ਦੇਖੋ ਮੇਰਾ ਪਰਿਵਾਰ ਉਹ ਆ, ਮੈਂ ਅੱਜ ਵੀ ਮੰਨਦਾ। ਹੁਣ ਮੇਰਾ ਉਹਨਾਂ ਨਾਲ ਕੋਈ ਸਬੰਧ ਤਾਂ ਹੈ ਨਹੀਂ, ਗੱਲਬਾਤ ਵੀ ਨਹੀਂ ਹੁੰਦੀ। ਇਸ ਤੋਂ ਬਾਅਦ ਉਹਨਾਂ ਨੇ ਕਹਿ ਵੀ ਦਿੱਤਾ ਵੀ ਸਾਡਾ ਦੀਪ ਦੇ ਨਾਲ ਕੋਈ ਸਬੰਧ ਨਹੀਂ ਹੈ, ਪਰ ਫਿਰ ਵੀ ਇੱਜ਼ਤ ਦੇਣੀ ਤਾਂ ਸਾਡਾ ਫਰਜ਼ ਆ ਨਾ। ਤਾਂ ਸਨੀ ਬਾਈ ਨੂੰ ਮੈਂ ਇਹੀ ਕਹੂੰਗਾ ਵੀ ਹੁਣ ਵੀ ਕੁਝ ਨਹੀਂ ਵਿਗੜਿਆ। ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰੋ। ਪੰਜਾਬ ਨੇ ਤੁਹਾਨੂੰ ਮਾਣ ਬਖਸ਼ਿਆ ਸੀ ਪੰਜਾਬ ਦੇ ਪੁੱਤ ਹੋਣ ਦਾ, ਉਸ ਮਾਣ ਨੂੰ ਨਿਭਾਓ। ਉਸ ਮਾਣ ਦੀ ਖਾਤਰ ਹੀ ਆਪਦੇ ਲੋਕਾਂ ਦੇ ਹੱਕ 'ਚ ਆ ਕੇ ਖੜੇ ਹੋ ਕੇ ਆਵਾਜ਼ ਬੁਲੰਦ ਕਰੋ। ਪਰਸਨਲ ਰਿਸ਼ਤੇ ਬੜੀ ਛੋਟੀ ਗੱਲ ਹੁੰਦੀ ਆ, ਪਰ ਜਿੱਥੇ ਐਡਾ ਆਵਾਮ ਆ, ਜਿੱਥੇ ਸਾਡੀ ਹੋਂਦ ਦੀ ਲੜਾਈ ਆ, ਤੇ ਤੁਸੀਂ ਪੰਜਾਬ ਦੇ ਪੁੱਤ ਦਾ ਖਿਤਾਬ ਤੁਹਾਨੂੰ ਇਹਨਾਂ ਲੋਕਾਂ ਨੇ ਦਿੱਤਾ ਸੀ, ਉਹ ਕਿਵੇਂ ਤੁਸੀਂ ਜਸਟੀਫਾਈ ਕਰੋਗੇ? ਦੀਪ ਸਿੱਧੂ ਦੇ ਨਾਲ ਹੋਰ ਬਹੁਤ ਨੌਜਵਾਨ ਸਨ, ਨਾਮ ਤੇ ਆਪਾਂ ਕੀ ਲੈਣੇ ਨੇ, ਜਦੋਂ ਸੰਘਰਸ਼ ਚੱਲਿਆ ਸੀ ਉਹ ਨਾਲ ਸਿੱਖ ਫਿਲਾਸਫਰ ਵੀ ਸਨ, ਬੜੀਆਂ ਸ਼ਖਸੀਅਤਾਂ ਤੁਹਾਡੇ ਨਾਲ ਸਨ। ਅੱਜ ਉਹ ਕਿੱਥੇ ਨੇ? ਤੁਹਾਡੇ ਨਾਲ ਨਜ਼ਰ ਹੀ ਨਹੀਂ ਪੈ ਰਹੀਆਂ। ਨਹੀਂ ਜੀ ਯਾਰ, ਇਹ ਗੱਲ ਨਹੀਂ ਵੀ ਹੁਣ ਤਾਂ ਪਿੰਡ ਆਇਆ ਵੀ ਇੱਥੇ ਵੀ ਨਾਲ ਹੋਣੇ ਚਾਹੀਦੇ ਆ ਬੰਦੇ, ਸਾਡੇ ਸਾਰੇ ਹੀ ਨਾਲ ਆ, ਹਨਾ। ਜੇ ਆਪਾਂ ਇਹਦੇ 'ਚ ਗੱਲ ਕਰੀਏ, ਕਿਸੇ ਸ਼ਾਇਰ ਨੇ ਕਿਹਾ ਸੀ ਇਹ ਕਿਹੜਾ ਬੂਟਾ ਹੈ, ਸਿੱਖੀ ਦਾ ਬੂਟਾ ਹੈ। ਕੀ ਹੋਇਆ ਜੇਕਰ ਅੱਜ ਸ਼ਾਖਾਂ ਇਸ ਦੀਆਂ ਕੋਈ ਪੂਰਬ ਚਲੀ ਗਈ, ਕੋਈ ਪੱਛਮ ਚਲੀ ਗਈ, ਪਰ ਮੁੱਢ ਤਾਂ ਇੱਕੋ ਹੀ ਹੈ ਤੇ ਖੂਨ ਵੀ ਸਾਂਝਾ ਹੈ। ਇਹ ਪੰਥ ਹੀ ਉਹ ਆ ਬਾਈ ਜੀ। ਇਹ ਸ਼ੇਰ ਮਤਲਬ ਕਿ ਇਹ ਵੀ ਦੱਸਦਾ ਹੈ ਵੀ ਲੱਖਾ ਸਦਾਣਾ ਉਹਦੇ ਨਾਲ ਵੀ ਤੁਸੀਂ ਉਹ ਕਿਸਾਨ ਜਥੇਬੰਦੀਆਂ ਦੇ ਨਾਲੋਂ ਜੇ ਸ਼ਾਖਾ ਵੱਖ-ਵੱਖ ਹੋ ਗਈਆਂ ਤੇ ਅੱਜ ਦੀਪ ਸਿੱਧੂ ਫਿਰ ਵੀ ਨਾਲ ਖੜਾ ਹੈ। ਨਾਲ ਖੜਾ ਜੀ, ਜਮਾਂ ਇਹਦੇ 'ਚ ਕੋਈ ਸ਼ੱਕ ਨਹੀਂ। ਮੈਂ ਹਮੇਸ਼ਾ ਹੀ ਕਿਹਾ ਵੀ ਇੱਕ ਰਹਿਣ ਦੀ ਗੱਲ ਕਰੀਏ, ਸਾਡਾ ਮਕਸਦ ਇੱਕ ਆ ਨਾ, ਠੀਕ ਹੈ। ਸਾਡਾ ਉਹਦੇ 'ਚ ਜਿਹੜਾ ਵਿਚਾਰਧਾਰਾ ਵੱਖਰੀ ਹੋ ਸਕਦੀ ਆ, ਪਰ ਉਹ ਅਸੀਂ ਉਹਨੂੰ ਐਡੀ ਨਿਰਦਈ ਲੈਵਲ ਤੇ ਨਾ ਲੈ ਜਾਈਏ ਵੀ ਅਸੀਂ ਇੱਕ ਦੂਜੇ ਦੇ ਦੁਸ਼ਮਣ ਬਣ ਜਾਈਏ। ਸਾਨੂੰ ਬਹੁਤ ਜ਼ਰੂਰਤ ਆ, ਨਫਾਸਤ ਸਿੱਖਣੀ ਪਊਗੀ, ਤਹਿਜ਼ੀਬ ਸਿੱਖਣੀ ਪਊਗੀ। ਜੇ ਇਹ ਸਾਡੇ 'ਚ ਹੈ ਨਹੀਂ ਨਫਾਸਤ ਤੇ ਤਹਿਜ਼ੀਬ, ਫਿਰ ਅਸੀਂ ਕਹੀਏ ਵੀ ਅਸੀਂ ਸਿੱਖ ਕੌਮ ਨੂੰ
ਕਿਸੇ ਨਾ ਕਿਸੇ ਤਰ੍ਹਾਂ ਇਹਨੂੰ ਬਿਲੋਂਗ ਕਰਦੇ ਹਾਂ, ਅਸੀਂ ਇਹਦੇ ਵਿੱਚੋਂ ਆ, ਨਹੀਂ ਫਿਰ ਮੈਨੂੰ ਐਂ ਲੱਗਦਾ ਸਿੱਖ ਐ ਨਹੀਂ ਹੋ ਸਕਦਾ। ਉਸ ਗੁਰੂ ਨੇ ਸਾਨੂੰ ਵੱਖਰਾ ਤੇ ਨਿਆਰਾ ਸਾਜਿਆ। ਦੀਪ ਸਿੱਧੂ ਨੇ ਗਹਿਰੀ ਅੱਖ ਦੇ ਨਾਲ ਵੇਖਿਆ ਹੈ ਕਿਸਾਨ ਮੋਰਚੇ ਨੂੰ। ਕੀ ਗੱਲ ਹੋ ਗਈ? ਜੇਲ੍ਹ ਚਲੇ ਗਿਆ, ਉੱਥੋਂ ਵਾਪਸ ਆਇਆ, ਜਦੋਂ ਉੱਥੇ ਵਾਪਸ ਆ ਕੇ ਸਿਸਟਮ ਸਾਰਾ ਦੇਖਿਆ, ਕਿੰਜ ਮਹਿਸੂਸ ਕੀਤਾ? ਉਮੀਦ ਹੈ ਸੱਚ ਬੋਲੋਗੇ ਵੀ ਕਿਵੇਂ ਲੱਗਿਆ ਤੁਹਾਨੂੰ ਜਦ ਵਾਪਸ ਆਏ ਜੇਲ੍ਹ ਤੋਂ ਸੰਯੁਕਤ ਮੋਰਚੇ ਨੂੰ? ਜਿਵੇਂ ਤੁਸੀਂ ਨੌਜਵਾਨਾਂ ਨੂੰ ਦੇਖਿਆ, ਬਜ਼ੁਰਗਾਂ ਨੂੰ ਦੇਖਿਆ, ਦਿੱਲੀ ਦੀਆਂ ਸਟੇਜ ਦੀਆਂ ਗੱਲਾਂ ਸੁਣੀਆਂ ਹੋਣਗੀਆਂ, ਕਿਵੇਂ ਮਨ ਦੇ ਵਿੱਚ ਆਈ ਚੀਜ਼ ਦੇਖ ਕੇ? ਦੇਖੋ ਹੁਣ ਤਾਂ ਜਿਹੜਾ ਸਾਡਾ ਮੋਰਚਾ ਨਾ, ਲੀਡਰਸ਼ਿਪ ਨੂੰ ਮੇਰੀ ਅਪੀਲ ਆ, ਉਹਨਾਂ ਨੂੰ ਕ੍ਰੀਏਟਿਵ ਤੇ ਇਮੈਜੀਨੇਟਿਵ ਹੋਣਾ ਪਊਗਾ। ਨਵੇਂ ਪੈਂਤਰੇ ਘੜਨੇ ਪੈਣੇ ਆ। ਇੱਕੋ ਹੀ ਪੈਂਤਰੇ ਨਹੀਂ ਅਸੀਂ ਘੜ ਕੇ ਤੇ ਉਹਨਾਂ ਤੇ ਹੀ ਨਹੀਂ ਚੱਲ ਸਕਦੇ, ਕਿਉਂਕਿ ਅਸੀਂ ਬੈਠੇ ਆ, ਇੱਕ ਲੜਾਈ ਲੜ ਰਹੇ ਆ ਸਰਕਾਰ ਨਾਲ, ਪੀਸਫੁਲ ਲੜਾਈ ਲੜ ਰਹੇ ਆ। ਪਰ ਪੀਸਫੁਲ ਲੜਾਈ ਦੇ ਵਿੱਚ ਵੀ ਪੈਂਤਰੇ ਜਿਹੜੇ ਨਵੇਂ ਤੋਂ ਨਵੇਂ ਸਾਨੂੰ ਘੜਨੇ ਪੈਂਦੇ ਹੁੰਦੇ ਆ। ਸਮਾਂ ਪਾ ਕੇ ਪੁਰਾਣਾ ਪੈਂਤਰਾ ਐਕਸਪਾਇਰ ਹੋ ਜਾਂਦਾ, ਉਦੋਂ ਬਾਅਦ ਨਵਾਂ ਪੈਂਤਰਾ ਦੇਣਾ ਪੈਂਦਾ, ਨਵਾਂ ਪ੍ਰੋਗਰਾਮ ਦੇਣਾ ਪੈਂਦਾ। ਪ੍ਰੋਗਰਾਮ ਕੀ ਹੋਣਾ ਚਾਹੀਦਾ ਹੈ? 26 ਜਨਵਰੀ ਲੰਘ ਚੁੱਕੀ ਹੈ, 15 ਅਗਸਤ ਵੀ ਆ ਗਿਆ, ਫਿਰ ਉਹੀ ਚੀਜ਼ਾਂ ਹੋਣਗੀਆਂ 15 ਅਗਸਤ ਨੂੰ। 26 ਜਨਵਰੀ 15 ਅਗਸਤ ਦੀ ਨਹੀਂ ਹੈ, ਇਹੀ ਲੀਡਰਸ਼ਿਪ, ਇਹੀ ਰਿਸਪੌਂਸਿਬਿਲਟੀ ਤਾਂ ਹੁੰਦੀ ਆ। ਅੱਜ ਆਪਾਂ ਇੱਥੇ ਖੜੇ ਆ ਪਿੰਡ, ਆਏ ਤਾਂ ਨਵਾਂ ਪ੍ਰੋਗਰਾਮ ਨਹੀਂ ਆਪਣੇ ਤੋਂ ਘੜਿਆ ਜਾਣਾ। ਹਜੇ ਵੀ ਸਾਡੇ ਕੋਲੇ ਹੱਲ ਪਏ ਆ, ਹਜੇ ਵੀ ਸੰਘਰਸ਼ ਜਿੱਤ ਕੇ ਆਵਾਂਗੇ ਤੇ ਸਾਡੇ ਲੋਕਾਂ ਨੂੰ ਉਸ ਜਿਹੜੀ ਜਿੱਤ ਦਾ ਅਹਿਸਾਸ ਦੇਵਾਂਗੇ। ਹਜੇ ਵੀ ਸਮਾਂ ਸਾਡੇ ਹੱਥ 'ਚ ਆ, ਸਿਰਫ ਲੋੜ ਆ ਤਾਂ ਇੱਕ ਦੂਜੇ ਨੂੰ ਸਪੇਸ ਦੇ ਕੇ, ਇੱਕ ਦੂਜੇ ਨੂੰ ਸਮਝ ਕੇ ਇਕੱਠੇ ਬੈਠਣ ਦੀ। ਜੇ ਲੀਡਰਸ਼ਿਪ ਨੇ ਕਿਹਾ ਵੀ ਦੀਪ ਸਿੱਧੂ ਕਹਿੰਦਾ ਹੈ ਨਵੇਂ ਪੈਂਤਰੇ ਘੜਨੇ ਪੈਣਗੇ, ਤੁਹਾਡੀ ਇਹ ਵੀਡੀਓ ਵੇਖੀ ਉਹਨਾਂ ਨੇ ਤੇ ਤੁਹਾਡੀ ਸਲਾਹ ਮੰਗੀ ਉਹਨਾਂ ਨੇ ਵੀ ਨਵੇਂ ਪੈਂਤਰੇ ਸਾਨੂੰ ਦੱਸੋ ਕਿਹੜੇ ਹੋਣੇ ਚਾਹੀਦੇ ਨੇ, ਦੇ ਸਕੋਗੇ ਨਵੇਂ ਪੈਂਤਰੇ ਉਹਨਾਂ ਨੂੰ? ਬਿਲਕੁਲ ਦੇਵਾਂਗੇ ਜੀ, ਬਿਲਕੁਲ ਨਾਲ ਖੜਾਂਗੇ, ਉਹਨਾਂ ਦੀ ਅਗਵਾਈ 'ਚ ਹੀ ਸੰਘਰਸ਼ ਲੜਾਂਗੇ। ਮੈਂ ਅੱਜ ਵੀ ਕਹਿੰਦਾ ਸਾਡੇ ਲਈ ਉਹ ਸਾਡੇ ਬਜ਼ੁਰਗ ਸਤਿਕਾਰਯੋਗ ਵੀ ਆ ਤੇ ਅਸੀਂ ਉਹਨਾਂ ਦੀ ਅਗਵਾਈ 'ਚ ਲੜਨ ਨੂੰ ਤਿਆਰ ਵੀ ਆ। ਪਰ ਜਿਹੜੀਆਂ ਗੱਲਾਂ ਜ਼ਰੂਰੀ ਆ ਵੀ ਇੱਕ ਦੂਜੇ ਨੂੰ ਜੇ ਆਪਾਂ ਸੁਣ ਵੀ ਨਾ ਸਕੀਏ, ਇੱਕ ਦੂਜੇ ਦੇ ਬੋਲਣ ਦਾ ਹੱਕ ਹੀ ਖੋਲ ਗਏ ਆਪਾਂ, ਫਿਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਸਾਨੂੰ ਆਪਦਾ ਵੀ ਮੰਥਨ ਜਿਹੜਾ ਉਹ ਕਰਨਾ ਪਊਗਾ। ਸੋ ਜ਼ਰੂਰੀ ਆ, ਹੋ ਸਕਦਾ ਮੇਰੇ ਤੋਂ ਗਲਤੀਆਂ ਹੋਈਆਂ ਹੋਣ, ਹੋ ਵੀ ਗਈਆਂ ਹੋਣ, ਕਿਤੇ ਕੁਝ ਬੋਲਿਆ ਗਿਆ ਹੋਵੇ, ਤੋਹੀਨ ਹੋਈ ਹੋਵੇ ਸਾਡੇ ਬਜ਼ੁਰਗਾਂ ਦੀ ਕਿਤੇ ਕਿਸੇ ਉਸ 'ਚ, ਕੋਈ ਗੱਲ ਨਹੀਂ, ਮਾਫੀ ਮੰਗ ਲੈਂਦੇ ਆ ਉਹਨਾਂ ਤੋਂ, ਉਹ ਕੋਈ ਗੱਲ ਨਹੀਂ ਆ। ਪਰ ਜੇ ਕਿਤੇ ਅਸੀਂ ਆਪਸ 'ਚ ਹੀ ਦੁਸ਼ਮਣੀਆਂ ਕੱਢਣ ਲੱਗ ਗਏ, ਅਸੀਂ ਵਿਚਾਰਧਾਵਾਂ ਦੇ ਵਖਰੇਵਿਆਂ ਨੂੰ ਇੰਨਾ ਜ਼ਿਆਦਾ ਵਧਾਤਾ ਵੀ ਮਿਲ ਕੇ ਬੈਠ ਵੀ ਨਾ ਸਕੀਏ, ਸਿਰ ਵੀ ਨਾ ਜੋੜ ਸਕੀਏ, ਫਿਰ ਕੰਮ ਔਖੇ ਆ। ਜਿੱਤ ਕੇ ਵਾਪਸ ਆ ਜਾਾਂਗੇ, ਕਾਲੇ ਕਾਨੂੰਨ ਵੀ ਮਾਫ ਹੋ ਜਾਣਗੇ, ਐਮਐਸਪੀ ਦੇ ਉੱਤੇ ਨਵਾਂ ਕਾਨੂੰਨ ਵੀ ਬਣ ਜੂਗਾ, ਤੇ ਅਗਲਾ ਪ੍ਰੋਗਰਾਮ ਕੀ ਹੋਏਗਾ ਉਸ ਤੋਂ ਬਾਅਦ ਦੇ ਵਿੱਚ? ਕਿਉਂਕਿ ਤੁਸੀਂ ਦੱਸਿਆ ਵੀ ਹੋਰ ਵੀ ਬੜਾ ਕੁਝ ਕਰਨ ਦੀ ਲੋੜ ਹੈ। ਫਿਰ ਉਸ ਤੋਂ ਬਾਅਦ ਅਸੀਂ ਪੰਜਾਬ ਦੀ ਪੋਲੀਟੀਕਲ ਸਟਰਕਚਰ ਆ ਨਾ ਜਿਹੜਾ, ਉਹਨੂੰ ਨਵੇਂ ਸਿਰਿਓਂ ਸਾਜਣਾ, ਉਹਨੂੰ ਰੀਸਟਰਕਚਰ ਕਰਨਾ ਲੋਕਾਂ ਨੇ ਕਰਨਾ। ਮੈਂ ਇਕੱਲਾ ਜਾਂ ਤੁਸੀਂ ਇਕੱਲੇ ਨਹੀਂ ਕਰ ਪਾਓਗੇ, ਆਪਣੀਆਂ ਲਿਮਿਟੇਸ਼ਨਸ ਆ। ਗੱਲਾਂ ਕਹਿਣੀਆਂ ਲੈ ਮੈਂ ਅੱਜ ਕਹਿਣਾ ਮੇਰਾ, ਤੁਸੀਂ ਕੋਈ ਵੀ ਇਹ ਪੋਲੀਟੀਕਲ ਐਸਪੀਰੇਸ਼ਨ ਦਿਖਾ ਦਿਓ ਵੀ ਇਹ ਬੰਦੇ ਨੇ ਚੋਣਾਂ ਲੜਨੀਆਂ, 2022 ਖੜੀ ਆ, ਗਾਂ ਜੋ ਸੰਗਤ ਦਾ ਜੋ ਹੁਕਮ ਹੋਊਗਾ ਮੈਂ ਸੰਗਤ ਦੇ ਨਾਲ ਆ, ਸੰਗਤ ਤੋਂ ਬਾਹਰ ਨਹੀਂ ਆ। ਨਾ ਮੈਂ ਚੋਣਾਂ ਲੜਨਾ ਆ, ਨਾ ਮੇਰਾ ਕੋਈ ਹੋਰ ਮਕਸਦ ਆ ਬਾਈ। ਸਿਰਫ ਮਕਸਦ ਇੰਨਾ ਹੀ ਆ ਵੀ ਵਿਰਸਾ ਮੇਰੇ ਅੰਦਰ, ਤੁਹਾਡੇ ਜਿਵੇਂ ਅੰਦਰ ਆ ਉਵੇਂ ਹੀ ਮੇਰੇ ਅੰਦਰ ਜਾਗਿਆ, ਉਹ ਵਿਰਸਾ ਮੈਨੂੰ ਇੱਥੇ ਖਿੱਚ ਲਿਆ ਆ। ਪਿੰਡ ਦੀਆਂ ਖੁੰਡਾਂ ਤੇ ਇਹੀ ਗੱਲਾਂ ਹੁੰਦੀਆਂ ਨੇ ਵੀ ਲੱਖਾ ਸਿਧਾਣੇ ਨੇ ਵੀ ਚੋਣਾਂ ਲੜਨੀਆਂ ਨੇ, ਦੀਪ ਸਿੱਧੂ ਨੇ ਵੀ ਚੋਣਾਂ ਲੜਨੀਆਂ, ਤਾਂ ਤੁਰੇ ਫਿਰਦੇ ਨੇ। ਨਹੀਂ ਬਾਈ ਨਹੀਂ, ਮੈਂ ਕੋਈ ਚੋਣ ਨਹੀਂ ਲੜ ਰਿਹਾ। 2 4 5 ਮਹੀਨਿਆਂ ਨੂੰ ਚੋਣਾਂ ਆ ਜਾਣੀਆਂ, ਸਮਾਂ ਨੇ ਸਾਰੇ ਜਵਾਬ ਦੇ ਦੇਣੇ ਆ। ਸੋ ਇਹ ਗੱਲਾਂ ਹੋਣੀਆਂ ਵੀ ਸੁਭਾਵਿਕ ਆ, ਕਿਉਂਕਿ ਅੱਜ ਤੱਕ ਕੋਈ ਤੁਰਿਆ ਹੀ ਨਹੀਂ ਆਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਤੋਂ ਬਾਅਦ ਕੋਈ ਤੁਰਿਆ? ਮੈਨੂੰ ਦੱਸੋ। ਅਸੀਂ ਤਾਂ ਉਹਨਾਂ ਦੇ ਪੈਰਾਂ ਅਰਗੇ ਵੀ ਨਹੀਂ, ਪਰ ਮਾੜੀ ਮੋਟੀ ਜੋ ਅਸੀਂ ਗੱਲਾਂ ਸਿੱਖੀਆਂ ਉਹ ਉਹਨਾਂ ਸ਼ਹੀਦਾਂ ਨੂੰ, ਉਹ ਜਿਹੀਆਂ ਸ਼ਖਸੀਅਤਾਂ ਨੂੰ ਸੁਣ ਕੇ ਹੀ ਸਿੱਖੀਆਂ। ਇਹ ਨਹੀਂ ਲੱਗਦਾ ਵੀ ਲੱਖੇ ਸਿਧਾਣੇ ਨੂੰ ਨਾਲ ਲੈ ਕੇ ਤੁਰਨਾ ਚਾਹੀਦਾ? ਇਦਾਂ ਦੇ ਪ੍ਰੋਗਰਾਮ ਨਹੀਂ ਹੋਣੇ ਚਾਹੀਦੇ, ਤੁਹਾਡੇ ਪ੍ਰੋਗਰਾਮ ਸਾਰੇ ਇਕੱਠਿਆਂ ਦੇ ਹੋਣ। ਹਾਂ, ਪਰ ਮੈਨੂੰ ਆਏ ਆ ਵੀ ਹਜੇ ਤਾਂ ਮੈਂ ਅੱਜ ਪਹਿਲਾ ਦਿਨ ਹੀ ਆ, ਹੌਲੀ ਹੌਲੀ ਇਹ ਗੱਲ ਮੈਨੂੰ ਲੱਗਦਾ ਜੇ ਰੂਪਰੇਖਾ ਬਦਲ ਜੂਗੀ ਵੀ ਇਕੱਠੇ ਹੋ ਕੇ ਤੁਰੀਏ ਤਾਂ ਸਭ ਤੋਂ ਵਧੀਆ ਗੱਲ ਆ ਬਾਈ। ਇਹ ਦੱਸੋ ਵੀ ਸਟੇਜ ਤੇ ਬੈਠੇ ਹੋਏ ਉਹਨਾਂ ਲੀਡਰਾਂ ਨੂੰ ਕੀ ਬਿਆਨ ਦਿਓਗੇ, ਤੁਹਾਡੀ ਕੀ ਅਪੀਲ ਹੋਏਗੀ? ਨਹੀਂ, ਮੇਰੀ ਅਪੀਲ ਇਹੀ ਹੈ ਜੀ, ਦੇਖੋ ਲੋਕਾਂ ਨੇ ਹਮੇਸ਼ਾ ਸਾਡਾ ਸਾਥ ਦਿੱਤਾ, ਹੁਣ ਵੀ ਲੋਕ ਤੁਹਾਡੇ ਅੱਜ ਵੀ ਨਾਲ ਆ, ਹਨਾ। ਚਾਹੇ 26 ਜਨਵਰੀ ਤੋਂ ਬਾਅਦ ਕਿਤੇ ਨਾ ਕਿਤੇ ਡਿਸਇਲੂਜਨਡ ਹੋਏ ਆ ਲੋਕ, ਥੋੜੇ ਜਿਹੇ ਟੁੱਟੇ ਅੰਦਰੋਂ, ਮਨ ਟੁੱਟੇ ਉਹਨਾਂ ਦੇ, ਕਿਉਂਕਿ ਤੁਸੀਂ ਜਦੋਂ ਨਿਸ਼ਾਨ ਸਾਹਿਬ ਤੋਂ ਮੁਨਕਰ ਹੁੰਨੇ ਹੋ ਫਿਰ ਸਾਡੀ ਹੋਂਦ ਸਾਡੇ ਪੱਲੇ ਹੀ ਨਹੀਂ ਰਹਿ ਜਾਂਦੀ ਨਾ, ਤੇ ਹੋਂਦ ਦੀ ਲੜਾਈ ਲੜੀ ਜਾਂਦੀ। ਗਦਾਰ ਦਾ ਸਰਟੀਫਿਕੇਟ ਮਿਲਿਆ ਸੀ, ਕਿਵੇਂ ਲੱਗਿਆ? ਪਤਾ ਲੱਗ ਗਿਆ ਸੀ ਤੁਹਾਨੂੰ ਵੀ ਗਦਾਰ ਲਾਨਿਆ ਗਿਆ ਮੈਨੂੰ ਸਟੇਜ ਤੋਂ? ਹਾਂਜੀ ਬਿਲਕੁਲ ਪਤਾ ਲੱਗ ਗਿਆ ਸੀ ਮੈਨੂੰ। ਸੋ ਉਸ ਵੇਲੇ ਮਨ ਮੇਰਾ ਬੜਾ ਦੁਖੀ ਸੀ, ਇਸ ਕਰਕੇ ਤੁਸੀਂ ਇੱਕ ਵੀਡੀਓ ਵੀ ਦੇਖੀ ਹੋ। ਤੰਗ ਹਾਲਾਤਾਂ 'ਚ ਆਪਾਂ ਰਹਿ ਲਾਂਗੇ, ਉਹ ਹਵਾਵਾਂ ਵੀ ਸਹਿ ਲਾਂਗੇ, ਪਰ ਜਦੋਂ ਆਪਦੇ ਹੀ ਲੋਕ
ਤੁਹਾਨੂੰ ਗਦਾਰ ਕਹਿਣ ਲੱਗ ਜਾਣ ਤੇ ਤੁਸੀਂ ਜੀ ਜਾਨ ਲਾਈ ਹੋਵੇ, ਫਿਰ ਬਾਈ ਕੋਈ ਵੀ ਬੰਦਾ, ਜਜ਼ਬਾਤੀ ਬੰਦਾ, ਇਸ ਗੱਲ ਨੂੰ ਸਮਝ ਕੇ ਵੀ ਯਾਰ ਅੱਜ ਮੇਰੇ ਲੋਕ ਹੀ ਮੇਰੇ ਤੋਂ ਪਾਸੇ ਹੋ ਗਏ ਔਰ ਤੁਸੀਂ ਮੈਨੂੰ ਸਰਟੀਫਿਕੇਟ ਵੰਡੀ ਜਾਂਦੇ ਹੋ, ਫਿਰ ਦਰਦ ਬਹੁਤ ਅੰਦਰ ਵੱਜਦੀ ਆ ਗੱਲ ਜਾ ਕੇ ਕਿਤੇ। ਜੀ ਜੀ, ਕੀ ਅਪੀਲ ਹੈ ਹੁਣ? ਆਖਰੀ ਸਵਾਲ ਹੈ ਵੀ ਕੀ ਅਪੀਲ ਹੈ ਨੌਜਵਾਨਾਂ ਨੂੰ, ਜਿਵੇਂ ਤੁਸੀਂ ਪਿੰਡ ਜਾ ਕੇ ਹੁੱਕਾ ਦੇ ਰਹੇ ਹੋ? ਨਹੀਂ, ਅਪੀਲ ਤਾਂ ਇਹੀ ਹੈ ਜੀ ਤੁਹਾਨੂੰ, ਇਸ ਨੌਜਵਾਨੀ ਨੂੰ ਹੁਣ ਜਿਨ੍ਹਾਂ ਦੇ ਕਹਿ ਲਓ ਵੀ ਮੋਢਿਆਂ ਤੇ ਬਹੁਤ ਜ਼ਿਆਦਾ ਵੱਡੀ ਰਿਸਪੌਂਸਿਬਿਲਿਟੀ ਆ ਤੇ ਇਹ ਨਿਭਾਉਣਗੇ ਵੀ, ਮੈਨੂੰ ਬਹੁਤ ਵੱਡੀ ਇਹਨਾਂ ਤੋਂ ਆਸ ਆ ਔਰ ਇਹਨਾਂ ਨੇ ਖਰਾ ਉਤਰਨਾ ਇਸ ਗੱਲ ਤੇ, ਨਿਭਾਉਣਗੇ। ਕਿਉਂਕਿ ਮੈਂ ਦੇਖਿਆ ਨਾ ਪਿਛਲੇ 5-6 ਮਹੀਨਿਆਂ 'ਚ ਜਿਸ ਤਰ੍ਹਾਂ ਮੋਰਚਾ ਚਲਾਇਆ ਨੌਜਵਾਨੀ ਨੇ ਚਲਾਇਆ, ਜਿਵੇਂ ਪਹਿਰੇ ਲਾਏ ਨੌਜਵਾਨੀ ਨੇ ਲਾਏ, ਲੰਗਰ ਲਾਏ ਨੌਜਵਾਨੀ ਨੇ ਲਾਏ, ਜਿਸ ਤਰ੍ਹਾਂ ਨੌਜਵਾਨੀ ਨੇ ਅਗਵਾਈ ਦਿੱਤੀ ਆ ਬਜ਼ੁਰਗਾਂ ਨੂੰ ਅੱਗੇ ਰੱਖ ਕੇ, ਪਰ ਐਕਚੁਅਲੀ 'ਚ ਨੌਜਵਾਨੀ ਜੋ ਕਰਦੀ ਰਹੀ ਉਹ ਬਾਕਮਾਲ ਸੀ। ਉਹ ਜਾਬਤੇ 'ਚ ਰਹਿਣਾ ਨੌਜਵਾਨੀ ਦਾ ਬਹੁਤ ਹੀ ਬਾਕਮਾਲ ਸੀ। ਤੇ ਜਿਹੜੀ ਚੜ੍ਹਦੀ ਕਲਾ ਦਾ ਪ੍ਰਤੀਕ ਇਹਨਾਂ ਨੇ ਉੱਥੇ ਆ ਕੇ ਦੇਖੋ ਟਰੈਕਟਰਾਂ ਤੇ ਗਾਣੇ ਲਾਉਣੇ ਜਾਂ ਉੱਥੇ ਆ ਕੇ ਇਸ ਗੱਲ ਨੂੰ ਪ੍ਰੈਜ਼ੈਂਟ ਕਰਨਾ ਵੀ ਅਸੀਂ ਲੜਦੇ ਹੋਏ ਵੀ ਚੜ੍ਹਦੀ ਕਲਾ 'ਚ, ਅਸੀਂ ਜਿੱਥੇ ਮਰਜ਼ੀ ਬੈਠੀਏ ਚੜ੍ਹਦੀ ਕਲਾ 'ਚ, ਬਹੁਤ ਵੱਡੀ ਗੱਲ ਹੁੰਦੀ ਹੈ, ਇੱਕ ਸਪਿਰਿਟ ਹੁੰਦੀ ਆ, ਇਹ ਨੌਜਵਾਨੀ ਨੇ ਨਿਭਾਈ ਆ। ਇੱਥੋਂ ਨਾਲ ਦੀ ਨਾਲ ਫਿਰ ਅੱਗੇ ਸ਼ੰਭੂ ਜਿਹੜਾ ਹੈਗਾ ਬਾਰਡਰ ਤੇ, ਕੁੰਡਲੀ ਬਾਰਡਰ ਤੇ ਜਾਣ ਦਾ ਵੀ ਪਲਾਨ ਹੈਗਾ ਇੱਥੇ ਪੰਜਾਬ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਤੋਂ ਬਾਅਦ? ਬਿਲਕੁਲ ਜੀ ਬਿਲਕੁਲ, ਉਹ ਜਦੋਂ ਜਿਵੇਂ ਅੱਗੇ ਵੱਧਦੇ ਜਾਵਾਂਗੇ ਆਪਾਂ ਉਵੇਂ ਫਿਰ ਆਪਾਂ ਉਹ ਪਲਾਨ ਕਰਦੇ ਜਾਵਾਂਗੇ। ਬਹੁਤ ਬਹੁਤ ਧੰਨਵਾਦ ਜੀ ਵੀਰ ਦੀਪ ਸਿੱਧੂ। ਇਹਨਾਂ ਦਾ ਕਹਿਣਾ ਹੈ ਵੀ ਵਾਰ-ਵਾਰ ਇਹੀ ਕਹਿਣਾ, ਇਕੱਠੇ ਹੋਣ ਦੀ ਲੋੜ ਹੈ। ਜੇ ਲੀਡਰਸ਼ਿਪ ਥੋੜਾ ਜਿਹਾ ਪੈਰ ਸਾਈਡ ਤੇ ਨੂੰ ਕਰ ਰਹੀ ਹੈ, ਫਿਰ ਵੀ ਸਾਨੂੰ ਜ਼ਰੂਰਤ ਹੈ ਉਹਨਾਂ ਦੇ ਨਾਲ ਮਿਲ ਕੇ ਚੱਲੀਏ। ਅਸੀਂ ਪੰਜਾਬ ਦੀ ਨੌਜਵਾਨੀ ਜੇ ਅੱਜ ਆਪਣੇ ਪਿੰਡ ਤੋਂ ਚੱਲੇ ਨੇ ਤੇ ਇਹਨਾਂ ਦਾ ਕਹਿਣਾ ਹੈ ਵੀ ਪਿੰਡ ਤੋਂ ਮੈਂ ਆਗਾਜ਼ ਕੀਤਾ ਹੈ, ਸ਼ੁਰੂਆਤ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੱਖੇ ਸਿਧਾਣੇ ਨੂੰ ਵੀ ਨਾਲ ਲੈ ਕੇ ਚੱਲਾਂਗਾ। ਕਿਸਾਨ ਜਥੇਬੰਦੀਆਂ ਨੂੰ ਵੀ ਚਾਹੀਦਾ ਵੀ ਹਾਂ ਨੌਜਵਾਨਾਂ ਨੂੰ ਆਪਣੇ ਨਾਲ ਰੱਖਣ। ਜੇ ਗਦਾਰ ਦੇ ਸਰਟੀਫਿਕੇਟ ਮਿਲੇ ਨੇ, ਮੈਨੂੰ ਕਹਿੰਦੇ ਪਤਾ ਵੀ ਲੱਗ ਗਿਆ ਸੀਗਾ, ਫਿਰ ਮੈਂ ਲਾਈਵ ਹੋ ਕੇ ਦੁਨੀਆ ਨੂੰ ਇਹ ਦੱਸਿਆ ਸੀਗਾ ਵੀ ਹਾਂ ਮੈਂ ਕਿੱਥੇ ਰਹਿ ਰਿਹਾ ਤੇ ਫਿਰ ਵੀ ਮੈਨੂੰ ਤੁਸੀਂ ਗਦਾਰ ਆਖ ਰਹੇ ਹੋ। ਮੇਰਾ ਮੇਨ ਮਨੋਰਥ ਇਹੀ ਹੈ ਵੀ ਜਿੱਥੇ ਤਿੰਨੇ ਕਾਲੇ ਕਾਨੂੰਨ ਮਾਫ ਕਰਾਉਣੇ ਨੇ, MSP ਦੇ ਉੱਪਰ ਨਵਾਂ ਕਾਨੂੰਨ ਬਣਾਉਣਾ ਹੈ, ਉੱਥੇ ਹੋਰ ਜਿਹੜੀਆਂ ਪੰਜਾਬ ਪੱਧਰ ਦੇ ਉੱਪਰ ਪ੍ਰੋਬਲਮਾਂ ਨੇ, ਹੋਰ ਜਿਹੜੇ ਮਸਲੇ ਨੇ, ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਬਾਅਦ ਦੇ ਵਿੱਚ ਜਦੋਂ ਕਿਸਾਨ ਜਿੱਤ ਕੇ ਘਰਾਂ ਨੂੰ ਵਾਪਸ ਆਉਣਗੇ ਉਦੋਂ ਉਹਨਾਂ ਚੀਜ਼ਾਂ ਨੂੰ ਵੀ ਲੈ ਕੇ ਨਾਲ ਦੀ ਨਾਲ ਚੱਲਿਆ ਜਾਵੇ। ਨਾਲ ਦੀ ਨਾਲ ਰਾਜਨੀਤੀ ਦੀ ਗੱਲ ਵੀ ਇਹਨਾਂ ਨੇ ਕੀਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਰਾਜਨੀਤੀ ਦੇ ਵੱਲ ਵੀ ਪੈਰ ਸਾਨੂੰ ਪਸਾਰਨੇ ਪੈਣਗੇ। ਤੁਸੀਂ ਦੇਖ ਰਹੇ ਹੋ ਸੁਰਖਾਬ TV, ਮੈਂ ਅਮਰਪ੍ਰੀਤ ਸਿੰਘ ਗੁੱਜਰਵਾਲ।